ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਇਸ ਅਮੋਲਕ ਮਨੁੱਖਾ ਜੀਵਨ ਨੂੰ ਸਫਲ ਕਰਦੇ ਹੋਏ ਆਪ ਜੀ ਨੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਚੱਲਦੀ ਵਿਆਖਿਆ ਵਿੱਚ ਅੱਜ ਆਪਾਂ ਮੂਲ ਮੰਤਰ ਦੇ ਕੁਝ ਲਫ਼ਜ਼ ਤਿੰਨਾਂ ਦੇ ਵਿਚਾਰ ਸਾਂਝੀ ਕਰਾਂਗੇ। ਸਤਿਗੁਰੂ ਨੇ ਇਹ ਬਾਣੀ ਵੇਈ ਨਦੀ ਵਿੱਚੋਂ ਆਉਂਦਿਆਂ ਹੋਇਆਂ ਉਚਾਰਨ ਕੀਤੀ, ਜਿਸ ਵਿੱਚ ਸਭ ਤੋਂ ਪਹਿਲਾ ਲਫ਼ਜ਼ ਹੈ ਇੱਕ ਓੰਕਾਰ ਸਤਨਾਮ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਪਰਮਾਤਮਾ ਦੇ ਦੋ ਤਰ੍ਹਾਂ ਦੇ ਨਾਮ ਉਹਨਾਂ ਦਾ ਵਰਣਨ ਕੀਤਾ ਗਿਆ ਹੈ। ਉਹਨਾਂ ਵਿੱਚ ਇੱਕ ਨਾਮ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕੀਰਤਮ ਨਾਮ ਕਿਹਾ ਹੈ। ਦੂਸਰੀ ਪ੍ਰਕਾਰ ਦੇ ਜੋ ਨਾਮ ਹਨ, ਦੂਸਰੀ ਪ੍ਰਕਾਰ ਦਾ ਇੱਕੋ ਹੀ ਨਾਮ ਹੈ ਜਿਸ ਨੂੰ ਗੁਰੂ ਸਾਹਿਬ ਨੇ ਸਤਨਾਮ ਕਿਹਾ ਹੈ। ਇਹ ਦੋ ਤਰ੍ਹਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਰਤੇ ਗਏ ਨੇ। ਵੈਸੇ ਸਾਰੀ ਬਾਣੀ ਨਾਮ ਵਿੱਚੋਂ ਹੀ ਪ੍ਰਗਟ ਹੋਈ ਹੈ, ਸ਼ਬਦ ਦੁਆਰਾ ਪ੍ਰਗਟ ਹੋਈ ਹੈ, ਔਰ ਇਸ ਬਾਣੀ ਨੂੰ ਪੜ੍ਹਨ ਨਾਲ, ਜਪਣ ਨਾਲ, ਕਮਾਉਣ ਨਾਲ ਆਦਮੀ ਸ਼ਬਦ ਦੇ ਨੇੜੇ ਹੁੰਦਾ ਹੈ। ਜਿਉਂ-ਜਿਉਂ ਇਹਦਾ ਅਭਿਆਸ ਕਰੇਗਾ ਤਿਉਂ-ਤਿਉਂ ਇਹ ਜਿਹਦੇ ਵਿੱਚੋਂ ਸਾਡਾ ਜੀਵਨ ਪੈਦਾ ਹੋਇਆ, ਜਿਹਨੂੰ ਸ਼ਬਦ ਕਹਿੰਦੇ ਨੇ, ਜਿਸ ਨੂੰ ਨਾਮ ਕਹਿੰਦੇ ਨੇ, ਗੁਰਬਾਣੀ ਸਾਡੀ ਸੁਰਤ ਨੂੰ ਖਿੱਚ ਕੇ ਉਸ ਸ਼ਬਦ ਵੱਲ ਲੈ ਕੇ ਜਾਏਗੀ। ਅਤੇ ਜਿਹੜੀ ਇੱਕ ਮਨੁੱਖ ਦੀ, ਹਰ ਇੱਕ ਮਨੁੱਖ ਦੀ ਬਹੁਤ ਵੱਡੀ ਇੱਛਾ ਹੈ ਕਿ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਮੇਰੇ ਕੋਲ ਹੋਣ। ਜਦੋਂ ਕਿਸੇ ਦੀ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ ਤਾਂ ਉਹ ਸਾਰੀਆਂ ਸ਼ਕਤੀਆਂ, ਸਾਰੀਆਂ ਤਾਕਤਾਂ, ਸਾਰੇ ਰਸ ਜਿਹੜਾ ਉਹ ਕਈ ਥਾਵਾਂ ਤੋਂ ਖੋਜ ਕੇ ਪਾਉਣਾ ਚਾਹੁੰਦਾ ਹੈ, ਕਈ ਥਾਵਾਂ ਤੋਂ ਲੱਭਦਾ ਹੈ, ਉਹ ਸਾਰੀਆਂ ਚੀਜ਼ਾਂ ਇੱਕੋ ਥਾਂ ਤੋਂ ਮਿਲ ਜਾਂਦੀਆਂ ਨੇ, ਕਿਉਂਕਿ ਸੰਸਾਰ ਸਾਰਾ ਹੀ ਸ਼ਬਦ ਵਿੱਚੋਂ ਪੈਦਾ ਹੋਇਆ ਹੈ। ਬੜੀ ਦੁਨੀਆ ਬਾਹਰ ਖੋਜ ਕਰ ਰਹੀ ਹੈ ਸੁੱਖ ਦੀ, ਸ਼ਕਤੀ ਦੀ, ਸ਼ਾਂਤੀ ਦੀ, ਪਦਾਰਥ ਦੀ, ਪਰ ਉਮਰਾਂ ਬਹੁਤ ਛੋਟੀ ਹੈ, ਆਰਜਾ ਬੜੀ ਘੱਟ ਹੈ, ਰਸ ਬਹੁਤ ਜ਼ਿਆਦਾ ਨੇ। ਆਦਮੀ ਨੇ ਕਈ ਵਾਰੀ ਸਰੀਰ ਧਾਰਨ ਕੀਤਾ ਇਹਨਾਂ ਰਸਾਂ ਨੂੰ ਭੋਗਣ ਵਾਸਤੇ, ਪਰ ਇਹਦੀ ਇੱਛਾ ਪੂਰੀ ਨਹੀਂ ਹੁੰਦੀ, ਸਰੀਰ ਖਤਮ ਹੋ ਜਾਂਦਾ, ਇੱਛਾਵਾਂ ਫਿਰ ਬਚ ਜਾਂਦੀਆਂ, ਫਿਰ ਨਵਾਂ ਜਨਮ, ਫਿਰ ਮੌਤ, ਫਿਰ ਜਨਮ, ਫਿਰ ਮੌਤ। ਇਸ ਤਰ੍ਹਾਂ ਸਿਲਸਿਲਾ ਦੁੱਖਾਂ ਦਾ ਚੱਲਦਾ ਰਹਿੰਦਾ। ਤਾਂ ਫਿਰ ਇਸ ਚੀਜ਼ ਦਾ ਹੱਲ ਕੀਤਾ ਪਰਮਾਰਥ ਨੇ, ਧਰਮ ਨੇ, ਕਿ ਬੰਦੇ ਦੀਆਂ ਸਾਰੀਆਂ ਇੱਛਾਵਾਂ ਕਿਵੇਂ ਪੂਰੀਆਂ ਹੋਣ, ਕਿਉਂਕਿ ਇਹ ਯਤਨ ਕਰ ਰਿਹਾ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ। ਤਾਂ ਸਤਿਗੁਰੂ ਨੇ ਜੁਗਤ ਬਣਾਈ ਕਿ ਸ਼ਬਦ ਵਿੱਚ ਸਾਰੇ ਰਸ ਨੇ, ਜਿੰਨੇ ਰਸ ਬੰਦੇ ਨੂੰ ਚਾਹੀਦੇ ਨੇ ਉਹ ਸਾਰੇ ਨਾਮ ਵਿੱਚ ਨੇ। ਜੋ ਕੁਝ ਇਸ ਦੀ ਚਾਹਤ ਹੈ, ਜਿਹੜੀ ਇਹਦੀ ਤ੍ਰਿਸ਼ਨਾ ਹੈ, ਜਿਹੜੀ ਇਹਦੀ ਮੰਗ ਹੈ, ਉਹ ਸਾਰੀਆਂ ਚੀਜ਼ਾਂ ਨਾਮ ਵਿੱਚ ਹਨ। ਅਤੇ ਜੇ ਅਸੀਂ ਇਕੱਲੀ ਥਾਂ ਤੋਂ ਖੋਜਿਆ, ਪ੍ਰਾਪਤ ਨਹੀਂ ਹੋਣਗੀਆਂ। ਗੁਰੂ ਸਾਹਿਬ ਨੇ ਉਹ ਇੱਕ ਕੁੰਜੀ ਸਾਨੂੰ ਦਿੱਤੀ
ਜਿਹਦੇ ਨਾਲ ਸਾਰੇ ਤਾਲੇ ਖੁੱਲ੍ਹਦੇ ਨੇ, ਜਿਹਦੇ ਨਾਲ ਸਾਰੀ ਜ਼ਿੰਦਗੀ ਦੇ ਹਰ ਇੱਕ ਰਸ ਪ੍ਰਾਪਤ ਹੋ ਜਾਂਦੇ, ਜਿਸ ਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਸਭੇ ਥੋਕ ਪ੍ਰਾਪਤੇ ਜੇ ਇੱਕ ਹਾਵੈ ਹੱਥ। ਜੇ ਇੱਕ ਹੱਥ ਵਿੱਚ ਆ ਜਾਏ ਤੇ ਥੋਕ ਦਾ ਅਰਥ ਹੈ ਖਜ਼ਾਨਾ। ਜਿੰਨੇ ਸਰੀਰ ਲਈ ਸਾਨੂੰ ਖਜ਼ਾਨੇ ਚਾਹੀਦੇ ਨੇ, ਮਨ ਲਈ ਖਜ਼ਾਨੇ ਚਾਹੀਦੇ ਨੇ, ਆਤਮਾ ਲਈ ਚਾਹੀਦੇ ਨੇ, 3 ਪ੍ਰਕਾਰ ਦੇ ਖਜ਼ਾਨੇ ਨੇ, 3 ਪ੍ਰਕਾਰ ਦੇ ਰਸ ਨੇ, 3 ਪ੍ਰਕਾਰ ਦੀ ਤ੍ਰਿਸ਼ਨਾ ਹੈ। ਤਾਂ ਇਹ ਤਿੰਨੇ ਤਰ੍ਹਾਂ ਦੇ ਜਿਹੜੇ ਖਜ਼ਾਨੇ ਹਨ, ਥੋਕ ਹਨ, ਸਾਰੇ ਨਾਮ ਵਿੱਚੋਂ ਮਿਲ ਸਕਦੇ ਨੇ। ਸਭੇ ਥੋਕ ਪ੍ਰਾਪਤੇ ਜੇ ਇੱਕ ਆਵੈ ਹੱਥ। ਜੇ ਇੱਕ ਹੱਥ ਵਿੱਚ ਆ ਜਾ ਸਭ ਕੁਝ ਮਿਲ ਗਿਆ, ਤੇ ਸਭ ਕੁਝ ਪਾ ਕੇ ਇੱਕ ਹੱਥ ਵਿੱਚ ਨਾ ਆਇਆ, ਸਭ ਕੁਝ ਮਿਲ ਕੇ ਫਿਰ ਗਵਾਚ ਜਾਂਦਾ ਹੈ। ਇਸ ਕਰਕੇ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਨਾਮ ਦੀ ਬੜੀ ਵਿਆਖਿਆ ਕੀਤੀ ਹੈ, ਔਰ 2 ਤਰ੍ਹਾਂ ਦੇ ਨਾਮ ਕਹੇ ਹਨ। ਉਹਨਾਂ ਵਿੱਚ ਇੱਕ ਹੈ ਸਤਨਾਮ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕੀਰਤਮ ਨਾਮ ਕਥੇ ਤੇਰੇ ਜਿਹਵਾ, ਸਤਨਾਮ ਤੇਰਾ ਪਰਾ ਪੁਰਬਲਾ। ਕੀਰਤਮ ਨਾਮ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਸਾਰੇ ਨੇ, ਪਰ ਇੱਕ ਉਹਦਾ ਆਪਣਾ ਨਿੱਜੀ ਨਾਮ ਹੈ ਜਿਹਨੂੰ ਕਿਸੇ ਨੇ ਨਹੀਂ ਰੱਖਿਆ। ਧਿਆਨ ਦਿਓ, ਜੋ ਉਹਦੀ ਆਪਣੀ ਹੋਂਦ ਹੈ। ਜਿਵੇਂ ਇੱਕ ਅੱਗ ਹੈ, ਉਹ ਨਾਮ ਅਸੀਂ ਉਹਨੂੰ ਦਿੱਤਾ ਵੀ ਅਗਨੀ ਹੈ, ਉਹਦਾ ਇਹ ਆਪਣਾ ਨਾਮ ਨਹੀਂ। ਅੱਗ ਦਾ ਇਹ ਆਪਣਾ ਨਾਮ ਨਹੀਂ ਹੈ। ਅੱਗ ਦਾ ਜਿਹੜਾ ਆਪਣਾ ਨਾਮ ਹੈ ਉਹ ਹੈ ਤਪਸ਼, ਗਰਮੀ, ਉਹਦੇ ਸੁਭਾਅ ਵਿੱਚ ਲੁਕੀ ਹੋਈ ਹੈ। ਇਸ ਤਰ੍ਹਾਂ ਜਿਹੜੇ ਨਾਮ ਬਾਹਰੋਂ ਸੰਸਾਰ ਨੇ, ਭਗਤਾਂ ਨੇ ਪਰਮਾਤਮਾ ਨੂੰ ਦਿੱਤੇ, ਜਿਉਂ-ਜਿਉਂ ਉਹਨਾਂ ਨੂੰ ਉਹਦਾ ਅਹਿਸਾਸ ਹੋਇਆ, ਉਹਦੇ ਨਾਲ ਜੁੜੇ। ਕਿਸੇ ਨੇ ਵੇਖਿਆ ਸਾਰੇ ਸੰਸਾਰ ਨੂੰ ਪਾਲਣ ਵਾਲਾ ਹੈ, ਤਾਂ ਕਹਿ ਦਿੱਤਾ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਸਾਰਿਆਂ ਦੀ ਪਾਲਣਾ ਕਰਨ ਵਾਲਾ, ਰਿਜ਼ਕ ਦੇਣ ਵਾਲਾ ਹੈ। ਤਾਂ ਰੋਜੀ ਦੇਣ ਵਾਲੇ ਕਰਕੇ ਉਹਨੂੰ ਕਹਿ ਦਿੱਤਾ ਹੈ ਰਾਜਕ ਹੈ, ਰੋਜੀ ਦਿੰਦਾ ਸਾਰਿਆਂ ਨੂੰ। ਇਹ ਉਹਦੇ ਕਰਮ ਤੋਂ ਨਾਮ ਪਿਆ, ਇਹਨੂੰ ਕਹਿੰਦੇ ਕੀਰਤਮ ਨਾਮ। ਉਹ ਪਾਪੀਆਂ 'ਤੇ ਵੀ ਦਇਆ ਕਰਦਾ, ਇਸ ਕਰਕੇ ਉਹਨੂੰ ਕਹਿ ਦਿੱਤਾ ਦੀਨ ਦਿਆਲ, ਪਾਪੀਆਂ 'ਤੇ ਦਇਆ ਕਰਨ ਵਾਲਾ। ਦਿਆਲੂ ਕਹਿ ਦਿੱਤਾ, ਕਿਰਪਾ ਕਰਨ ਵਾਲਾ ਸੀ, ਕਿਰਪਾਲੂ ਕਹਿ ਦਿੱਤਾ ਹੈ। ਉਹਦੇ ਕਿਰਤ ਤੋਂ ਨਾਮ ਕਹੇ ਨੇ। ਕੀਰਤਮ ਨਾਮ ਦਾ ਮਤਲਬ ਹੈ ਜਿਵੇਂ ਦੇ ਕੋਈ ਕੰਮ ਕਰੇ ਉਸ ਤਰ੍ਹਾਂ ਦਾ ਉਹਦਾ ਨਾਮ ਪੈ ਜਾਂਦਾ ਹੈ। ਤਾਂ ਪਰਮਾਤਮਾ ਨੂੰ ਦੀ ਜਿਹੜੀ ਪ੍ਰਾਪਤੀ ਹੋਈ ਉਹ ਤਾਂ ਹੋਈ ਭਗਤਾਂ ਨੂੰ ਸਤਨਾਮ ਦੁਆਰਾ, ਜੋ ਗੁਰੂ ਸਾਹਿਬ ਨੇ ਅੱਜ ਸ਼ੁਰੂ ਵਿੱਚ ਕਿਹਾ ਇੱਕ ਓੰਕਾਰ ਸਤਨਾਮ, ਜਾਂ ਗੁਰਮਤਿ ਵਿੱਚ ਵਾਹਿਗੁਰੂ ਸ਼ਬਦ ਜਪਣ ਲਈ ਦਿੱਤਾ ਜਾਂਦਾ ਹੈ। ਤਾਂ ਇਹਦੇ ਦੁਆਰਾ ਜਦੋਂ ਪ੍ਰਾਪਤੀ ਹੋਈ ਤੇ ਉਹਦੇ ਸੁਭਾਅ ਨੂੰ ਵੇਖਿਆ, ਕਿਤੇ ਉਹ ਗਰੀਬਾਂ ਦੀ ਪਾਲਣਾ ਕਰ ਰਿਹਾ, ਤਾਂ ਕਹਿ ਦਿੱਤਾ ਦੀਨ ਦਿਆਲ। ਦੀਨ ਦਾ ਅਰਥ ਗਰੀਬ, ਕਮਜ਼ੋਰ ਜਿਹੜਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਜ਼ਰ ਨਾਲ ਵੇਖਿਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਹੇ ਪ੍ਰਭੂ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬੜੇ ਬੜੇ ਹੰਕਾਰੀਆਂ ਨੂੰ ਭਜਾਉਣ ਵਾਲਾ ਹੈ, ਹਾਰ ਦੇਣ ਵਾਲਾ ਹੈ, ਉਹਨਾਂ ਨੂੰ ਮੈਦਾਨ ਵਿੱਚੋਂ ਭਜਾ ਦੇਣਾ ਹੈ। ਅਤੇ ਜਿਹੜੇ ਗਰੀਬ ਨੇ, ਜਿਹੜੇ ਨਿਤਾਣੇ ਲਿਤਾੜੇ ਹੋਏ ਲੋਕ ਨੇ, ਉਹਨਾਂ ਨੂੰ ਤੂੰ ਆਪਣੀ ਬੁੱਕਲ ਵਿੱਚ ਥਾਂ ਦੇ ਦੇਣਾ ਹੈ। ਇਹ ਉਹਦੇ ਸੁਭਾਵ ਤੋਂ। ਜਾਪ ਸਾਹਿਬ ਵਿੱਚ ਜਿਹੜੇ ਨੇ ਜਿੰਨੇ ਵੀ ਨਾਮ ਨੇ, ਬਹੁਤੇ ਕੀਰਤਮ ਨਾਮ ਨੇ। ਇਸ ਕਰਕੇ ਕਹਿ ਦਿੱਤਾ ਗਨੀਮੁਲ ਸ਼ਿਕਸਤ ਹੈ। ਸ਼ਿਕਸਤ ਹੈ ਦਾ ਮਤਲਬ ਸ਼ਿਕਸਤ ਦੇਣੀ, ਭਾਂਜ ਦੇਣੀ, ਭਜਾ ਦੇਣਾ, ਦੌੜਾ ਦੇਣਾ, ਹਰਾ ਦੇਣਾ। ਗਣੀ ਦਾ ਅਰਥ ਹੈ ਅਮੀਰ ਲੋਕ, ਤਕੜੇ ਲੋਕ, ਹੰਕਾਰੀ ਲੋਕ, ਜਿਨ੍ਹਾਂ ਦੇ ਕੋਲ ਬੜੀ ਤਾਕਤ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬੜੇ ਬੜੇ ਤਾਕਤ ਵਾਲਿਆਂ ਨੂੰ ਸ਼ਿਕਸਤ ਦੇਣ ਵਾਲਾ ਹੈ, ਭਜਾ ਦੇਣ ਵਾਲਾ। ਇਸ ਕਰਕੇ ਤੇਰਾ ਨਾਮ ਪੈ ਗਿਆ ਗਨੀਮੁਲ ਸ਼ਿਕਸਤ ਹੈ। ਤੂੰ ਗਰੀਬਾਂ ਦੀ ਬਾਂਹ ਫੜਨ ਵਾਲਾ ਹੈ, ਇਸ ਕਰਕੇ ਤੇਰਾ ਨਾਮ ਪੈ ਗਿਆ ਗਰੀਬੁਲ ਪਰਸਤ ਹੈ। ਤੂੰ ਗਰੀਬ ਪਰਸਤ ਹੈ, ਗਰੀਬਾਂ ਦੀ ਸਹਾਇਤਾ ਕਰਨ ਵਾਲਾ ਹੈ। ਹੁਣ ਇਹ ਖਿਆਲ ਰੱਖਣਾ, ਧਾਰਮਿਕ ਜਿਹੜਾ ਵਿਅਕਤੀ ਹੈ ਉਹਦਾ ਸੁਭਾਅ ਪਰਮਾਤਮਾ ਵਰਗਾ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਦਾ।
एक धर्म का बाहरला हिस्सा है कि असी अपने अपने धर्म के वस्त्र पाए ने, अपने अपने चिन्ह पाए ने, वो भी जरूरी है। अपने अपने कपड़े पाए हैं, रंग रखे हुए ने, आपो अपने धर्म के ढंग विच असी चल रहे हैं, ये बाहरला हिस्सा है। पर इस बंदे दे अंदर भी धर्म है, इसकी निशानी की है? इस बंदे दे अंदर धर्म की कोई कणी है, इसकी निशानी की? इहदा सुभाव जिहड़ा वो परमात्मा वर्गा है। तो परमात्मा का सुभाव है गरीबुल परस्त है, वो गरीबां दे नाल खलोण वाला है, हंकारियां दे नाल नहीं। इसलिए ये सानू देख लेना चाहिए, जे असी वस्त्र धर्म वाले पाए ने, हर एक खिते विच असी जेड़ा बंदा अगे लंघदा है उहदी बांह फड़ लैने आ, जेड़ा पिछे डिगदा उहदी बांह छड्ड देने आ। इहदा मतलब इस बंदे विच कोई धर्म नहीं है, बिल्कुल नहीं है। संसार विच धार्मिक बंदे दा सुभाव परमात्मा वर्गा होना चाहिए, नहीं तो उहदा कोई तालमेल नहीं है, दोवां दा कोई संबंध नहीं है। दोवां दा जोड़ किवें बैठेगा? जिहदे नाल जिहदा वो नाम जप रहा है, जिहदे वो बाणी पढ़ रहा है, जिहदे वास्ते वो वेद पढ़ रहा है, जिहदे वास्ते कुरान बाइबल पढ़ रहा है, वो तो कहता है कि जिहड़े पिछे डिगे उन्हां नाल खड़ा हो। पर जिहड़ा है सब कुछ पढ़ रहा है, वो जिहड़े जिहड़े अगे निकलते उन्हां दी बांह फड़ लैंदा, जिहड़े पिछे डिगदे उन्हां दी बांह छड्ड दिंदा है। इस करके इहदे अंदर कोई धर्म नहीं है, बिल्कुल नहीं है। गरीबुल परस्त है, परमात्मा मौका परस्त नहीं, गरीबुल परस्त है। वो कदी मौके के अनुसार फैसले नहीं करता, भी जिमें दी हवा वगदी उवें दा फैसला नहीं। ਉਹਦੇ अपने फैसले निजी ने, पुछ ना साजे पुछ ना टाहे, किसी तो नहीं पुछदा, किसी समाज की परवाह नहीं करता, किसी बहुती भीड़ की परवाह भी नहीं करता कि किन्ने लोग किहड़े नियम नूं मन रहे हैं, दी कोई परवाह नहीं करता। किहड़े लोग किहड़े बंदे अगे झुकी जा रहे हैं, दी कोई परवाह नहीं करता, ਉਹਦੇ फैसले अपने ने। ਤਾਂ इस तरह का ਉਹਦਾ सुभाव कीर्तमनामा विच जाप साहिब के अंदर गुरु साहिब ने सारे कलगीधर पातशाह ने कीर्तम नाम उचारण करने सन। तो जदों कीर्तम नाम उचारने सन तो हजूर ने पहला उहदा दूजा स्वरूप लिख दिता, कहन लगे जिहदे नाम मैं कीर्तम उचारण लगा उहदा पहला नाम जिहड़ा स्वरूप है उहदा कोई चक्कर चिन्ह नहीं। चक्कर चिन्ह अर वर्ण जात अर पात नहंजे, रूप रंग अर रेख भेख को कह ना शकत कहे। अचल मूरत ऐसी मूरत जिहड़ी चलदी नहीं, जिहड़ी तबाह नहीं हुंदी, जिहड़ी खत्म नहीं हुंदी, जिहड़ी नाशमान नहीं है। अचल मूरत अनुभव प्रकाश। फिर वो किवें दी मूरत है? कोई तस्वीर है? कहन लगे नहीं, वो एक तजर्बा है, एक प्रकाश है, एक होश है, एक जाग है जीवन दी, ਜਿਹੜਾ ਅਨੁਭਵ ਵਿੱਚ ਆਉਂਦਾ ਹੈ, ਤਜਰਬੇ ਵਿੱਚ ਆਉਂਦਾ ਹੈ, ਫੀਲ ਕੀਤਾ ਜਾਂਦਾ, ਮਹਿਸੂਸ ਕਰ ਲਿਆ ਜਾਂਦਾ। ਅਨੁਭਵ ਪ੍ਰਕਾਸ਼ ਅਮਿਤੋਜ ਕਹੇਜੈ, ਇੱਕ ਉਹਦਾ ਸਰੂਪ ਹੈ ਅਮਿਤੋਜ। ਅਮਿਤੋਜ ਦਾ ਅਰਥ ਹੈ ਜਿਹਦੇ ਵਿੱਚ ਇੰਨੀ ਤਾਕਤ ਹੋਵੇ ਜਿਹਨੂੰ ਮਿਣਿਆ ਨਾ ਜਾ ਸਕੇ, ਜਿਹਨੂੰ ਤੋਲਿਆ ਨਾ ਜਾ ਸਕੇ। ਅਮਿਤੋਜ ਕਹੇਜੈ ਕੋਟ ਇੰਦਰ ਇੰਦਰਾਨ ਸ਼ਾਹੋ ਸ਼ਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, नेत नेत बण तृण कहत, तब सर्ब नाम कथै कवन, कर्म नाम बरनत सुमत। अगे हुण सारे कर्म नाम कहणगे। हुसनल चिराग है कि साहिब दिमाग है, तू बड़ा सियाणा है, परमात्मा का सुभाव है, ये उहदा कीर्तम नाम है। वो बहुत सियाणा है, ये कीर्तम नाम कि हुसनल चिराग है, सुंदर बड़ा है, सोहना बड़ा है, ये भी उहदा सुभाव। ये सारे उहदे सुभाव ने। तो हुण अज आपां जिस नाम की वरतों करांगे वो गुरु साहिब ने क्या एक ओंकार। गुरु नानक साहिब जी ने अकाल पुरख वाहिगुरू का एक ओंकार सतनाम। सतनाम का मतलब सदा कायम रहन वाला। एक ओंकार का मतलब वो एक है। ओंकार एक आवाज़ का लिखायक है, ध्यान दिओ। जिहड़ा ओंकार शब्द है ना, जिवें कोई आवाज़ आउंदी है ना हवा वगे, आपां उन्हां पत्तियां दी आवाज़ दा एक नाम रख लैने, ध्यान देना। जिवें हवा चलदी आपां कहने छां छां कर रही, हवा दी आवाज़ आउंदी। इस तरह इस ब्रह्मंड विच जिहड़ा वाहिगुरू दा नाम सदा कायम रहन वाला है,
ਉਹਦੀ ਜਿਹੜੀ ਆਵਾਜ਼ ਹੈ ਉਹ ਓੰਕਾਰ ਵਰਗੀ ਹੈ, ਇੱਕ ਓੰਕਾਰ ਵਰਗੀ ਹੈ। ਜਦੋਂ ਕਿਸੇ ਨੂੰ ਕੋਈ ਮਨੁੱਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਨਾਮ ਦਾ ਨਾਮ ਜਪਦਾ ਹੈ, ਗੁਰੂ ਦੀ ਦਿੱਤੀ ਮੱਤ ਦੇ ਅਨੁਸਾਰ ਜਿਉਂ-ਜਿਉਂ ਜਪਦਾ ਹੈ, ਜਿਵੇਂ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ, ਤਾਂ ਉਹਦੇ ਵਿੱਚ ਦੋ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕਿ ਇਸ ਨਾਮ ਨੂੰ ਸਿਮਰਨਾ ਹੈ ਔਰ ਇਸ ਤਰ੍ਹਾਂ ਸਰੀਰ ਦੀ ਸਾਧਨਾ ਕਰਨੀ ਹੈ। ਦੋ ਚੀਜ਼ਾਂ ਇਕੱਠੀਆਂ ਕਰਨੀਆਂ ਨੇ। ਇਸ ਨਾਮ ਨੂੰ ਜਪਣਾ ਹੈ, ਫਿਰ ਇਹਦਾ ਧਿਆਨ ਕਰਨਾ ਹੈ, ਫਿਰ ਇਹਦਾ ਸਿਮਰਨ ਕਰਨਾ ਹੈ, ਫਿਰ ਇਹਨੂੰ ਪਿਆਰ ਕਰਨਾ ਹੈ। ਤਾਂ ਜਦੋਂ ਇਸ ਨਾਮ ਨੂੰ ਕੋਈ ਜਪਦਾ ਹੀ ਜਾਂਦਾ ਹੈ, ਜਪਦਾ ਜਾਂਦਾ ਹੈ, ਤੇ ਇੱਕ ਦਿਨ ਉਸ ਨੂੰ ਉਸ ਸਤਨਾਮ ਦੀ ਪ੍ਰਤੀਤੀ ਹੋਣ ਲੱਗ ਪੈਂਦੀ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਇੱਕ ਓੰਕਾਰ ਸਤਨਾਮ, ਜੋ ਆਪਣੇ ਆਪ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ, ਇੱਥੇ ਫੈਲਿਆ ਹੋਇਆ, ਸਾਰੇ ਸੰਸਾਰ ਨੂੰ ਚਲਾ ਰਿਹਾ। ਇਹ ਜਿਹੜਾ ਸ਼ਬਦ ਹੈ, ਇਹ ਜਿਹੜਾ ਨਾਮ ਹੈ, ਇੱਕ ਚੀਜ਼ ਦਾ ਲਖਾਇਕ ਹੈ। ਜਿਵੇਂ ਆਪਾਂ ਕਹਿੰਦੇ ਹਾਂ ਇੱਕ ਤਾਂ ਹਵਾ ਵਗ ਰਹੀ ਹੈ, ਧਿਆਨ ਦਿਓ, ਹਵਾ ਵਗ ਰਹੀ। ਮੈਂ ਉਦਾਹਰਨਾਂ ਦਿਆਂ ਥੋੜ੍ਹੀਆਂ ਜਿਹੀਆਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਸ਼ਬਦ ਨਾਲ ਜੋੜਿਆ ਸਿੱਖ ਨੂੰ ਗੁਰੂ ਸਾਹਿਬ ਨੇ, ਬਾਣੀ ਨਾਲ ਜੋੜਿਆ ਹੈ, ਪਰ ਇਹ ਅਸੀਂ ਬਹੁਤ ਇਹਦੇ ਉੱਤੇ ਘੱਟ ਸਟੱਡੀ ਕੀਤੀ, ਸ਼ਬਦ ਦੇ ਉੱਤੇ ਕਿਤੇ ਕਿਤੇ ਹੋਈ, ਬਹੁਤ ਘੱਟ ਪੜ੍ਹਿਆ ਜ਼ਰੂਰ ਹੈ। ਤੁਸੀਂ ਵੇਖੋਗੇ 101 ਅਖੰਡ ਪਾਠ ਸਾਹਿਬ ਤੁਹਾਨੂੰ ਮਿਲ ਜਾਣਗੇ ਇੱਕ ਥਾਂ 'ਤੇ ਇਕੱਠੇ ਟਿਕੇ ਹੋਏ। ਚਲੋ ਬਾਣੀ ਦਾ ਜਾਪ ਹੈ, ਪਰ ਕਿਤੇ ਕਿਤੇ ਤੁਹਾਨੂੰ ਮਿਲੇਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ, ਜਿੱਥੇ ਕੁਝ ਨਾ ਕੁਝ ਇਹਦੇ ਬਾਰੇ ਸਮਝਿਆ ਵੀ ਜਾਂਦਾ ਵੀ ਕੀ ਹੈ। ਤਾਂ ਇਸ ਤਰ੍ਹਾਂ ਸਮਝ ਲਈਏ ਵੀ ਇੱਕ ਓੰਕਾਰ ਕੀ ਹੈ। ਬੜੇ ਥਾਵਾਂ 'ਤੇ ਅਸੀਂ ਲਿਖਾ ਦਿੱਤਾ, ਗੱਡੀਆਂ ਦੇ ਉੱਤੇ, ਪੋਸਟਰਾਂ ਦੇ ਉੱਤੇ, ਸਭ ਥਾਵਾਂ 'ਤੇ ਲਿਖ ਦਿੱਤਾ, ਬਸ ਆਪ ਨਹੀਂ ਸੁਣਿਆ, ਇਹ ਗਲਤੀ ਕਰ ਗਏ। ਤਸਵੀਰਾਂ 'ਤੇ ਲਾ ਕੇ ਅਸੀਂ ਆਪਣੇ ਡਰਾਇੰਗ ਰੂਮ ਵਿੱਚ ਵੀ ਟੰਗਿਆ ਹੈ, ਹੋਰ ਆਪਣੀਆਂ ਦੁਕਾਨਾਂ ਵਿੱਚ ਵੀ ਰੱਖਿਆ। ਬੜੇ ਕਾਰੀਗਰਾਂ ਨੇ ਬਣਾ ਵੀ ਦਿੱਤਾ ਇਸ ਨੂੰ, ਇੱਕ ਓੰਕਾਰ ਨੂੰ, ਬੜੇ ਤਰੀਕਿਆਂ ਦੇ ਨਾਲ ਇਹਨੂੰ ਲੋਕ ਜਪਦੇ ਵੀ ਨੇ, ਰਿੱਧੀਆਂ ਸਿੱਧੀਆਂ ਇਕੱਠੀਆਂ ਕਰਨ ਵਾਸਤੇ ਬੜਾ ਕੁਝ ਚੱਲਦਾ ਹੈ। ਆਸ਼ਾ ਨਹੀਂ, ਗੁਰਮਤ ਦਾ ਆਸ਼ਾ ਸਮਝ ਲੈਣਾ ਚਾਹੀਦਾ। ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਕਿ ਗੁਰਮਤ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੀ ਸੇਵਾ ਤੇ ਸਿਮਰਨ ਦਿੱਤਾ ਹੈ, ਕਿ ਉਹ ਜਪ ਕੇ ਬੰਦੇ ਨੇ ਸ਼ਕਤੀ ਇਕੱਠੀ ਕਰਨੀ ਹੈ ਜਾਂ ਪਰਮਾਤਮਾ ਨੂੰ ਮਿਲਣਾ ਹੈ। ਰਸਤੇ ਦੋ ਨੇ, ਦੋ ਰਸਤੇ ਨੇ ਨਾ, ਇੱਕ ਸ਼ਿਵ ਹੈ, ਇੱਕ ਸ਼ਕਤੀ ਹੈ। ਅਸੀਂ ਕੁਝ ਜਪਣਾ ਹੈ, ਕੋਈ ਸੇਵਾ ਕਰਨੀ ਹੈ, ਉਹ ਕਾਹਦੇ ਵਾਸਤੇ? ਸ਼ਕਤੀ ਇਕੱਠੀ ਕਰਨ ਵਾਸਤੇ ਹੈ, ਜਾਂ ਜਿਸ ਦਾ ਨਾਮ ਜਪ ਰਿਹਾ ਉਹਨੂੰ ਮਿਲਣ ਵਾਸਤੇ ਹੈ। ਜੇ ਤਾਂ ਕੱਲੀ ਸ਼ਕਤੀ ਵਾਸਤੇ ਹੈ, ਨਿਰੋਲ ਮਨਮਤ ਹੈ, ਕੱਲੀ ਸ਼ਕਤੀ ਵਾਸਤੇ। ਜੇ ਪਰਮਾਤਮਾ ਵਾਸਤੇ ਹੈ, ਹਾਂ, ਉਹਦੇ ਨਾਲ ਦੋਵੇਂ ਕਾਰਜ ਜਿਹੜੇ ਨੇ ਸਿੱਧ ਹੋ ਜਾਣਗੇ, ਕਿਉਂਕਿ ਜਦੋਂ ਉਹਦੇ ਨਾਲ ਸੰਬੰਧ ਜੁੜਿਆ, ਸ਼ਕਤੀ ਆਪੇ ਆ ਗਈ। ਉਹ ਗਲਤ ਨਹੀਂ ਹੈ, ਪਰ ਅਸੀਂ ਗਲਤੀ ਇੱਥੇ ਕਰ ਲਈ ਵੀ ਸਾਡਾ ਧਰਮ ਵੀ ਤਾਕਤਾਂ ਇਕੱਠੀਆਂ ਕਰਨ ਵਾਸਤੇ ਹੈ। ਅਸੀਂ ਕਿੰਨੇ ਕੁ ਸ਼ਕਤੀਵਾਨ ਹੋ ਜਾਈਏ, ਅਸੀਂ ਕਿੰਨੇ ਕੁ ਵੱਡੇ ਸਿੱਧ ਹੋ ਜਾਈਏ, ਸਾਡੀ ਖੋਜ ਬੜੀ ਹੋ ਜਾਏ। ਤਾਂ ਇਸ ਤਰ੍ਹਾਂ ਵਪਾਰ ਦਾ ਸਿਸਟਮ ਜਿਹੜਾ ਹੈ, ਗੁਰੂ ਸਾਹਿਬ ਨੇ ਇਹਨੂੰ ਇਨਕਾਰਿਆ। ਹਜ਼ੂਰ ਨੇ ਕਿਹਾ ਵੀ ਤੂੰ ਉਹਨੂੰ ਜਪ, ਪਿਆਰ ਨਾਲ, ਪ੍ਰੇਮ ਨਾਲ ਜਪੇਗਾ, ਭਾਵਨਾ ਨਾਲ ਉਹਨੂੰ ਜਪੇਗਾ, ਤਾਂ ਇੱਕ ਗੱਲ ਪੱਕੀ ਕਹੀ ਗੁਰੂ ਸਾਹਿਬ ਨੇ, ਕਹਿਣ ਲੱਗੇ ਜਿਉਂ-ਜਿਉਂ ਉਹਦੇ ਨੇੜੇ ਜਾਏਗਾ ਤਾਕਤਾਂ ਤੇਰੇ ਪਿੱਛੇ ਤੁਰਨ ਲੱਗ ਪੈਣਗੀਆਂ। ਗੱਲ ਸੱਚਾਈ ਹੈ, ਪਰ ਤੂੰ ਜਪ ਹੀ ਤਾਕਤਾਂ ਵਾਸਤੇ ਰਿਹਾ, ਇਹ ਗੁਰਮਤ ਦਾ ਰਸਤਾ ਨਹੀਂ ਹੈ। ਇਹ ਤਰੀਕਾ ਹੈ ਉਹਦੇ ਵਿੱਚ ਲੀਨ ਹੋਣ ਦਾ। ਇਸ ਲਈ ਦੋ ਤਰ੍ਹਾਂ ਦਾ ਨਾਮ, ਦੋ ਤਰ੍ਹਾਂ ਦਾ ਯੋਗ ਹੈ ਸੰਸਾਰ ਵਿੱਚ। ਇੱਕ ਹਠ ਯੋਗ ਪਹਿਲਾਂ ਸੀ, ਗੁਰੂ ਸਾਹਿਬ ਨੇ ਸਹਿਜ ਯੋਗ ਦੱਸਿਆ। ਸਹਿਜ ਯੋਗ ਦਾ ਮਤਲਬ ਉਹਦੇ ਵਿੱਚ ਲੀਨ ਹੋਣਾ, ਹਠ ਯੋਗ ਦਾ ਮਤਲਬ ਉਹਦੇ ਕੋਲੋਂ ਤਾਕਤ ਲੈ ਕੇ ਆਪਣੇ ਆਪ ਨੂੰ ਵੱਡਾ ਕਰਨਾ। ਬੜਾ ਵੱਡਾ ਫਰਕ ਹੈ ਦੋਵਾਂ ਵਿੱਚ। ਤਾਂ ਇਹ ਇੱਕ ਓੰਕਾਰ ਸ਼ਬਦ ਨਾਲ ਜੋੜਿਆ ਸੀ ਗੁਰੂ ਸਾਹਿਬ ਨੇ ਸਾਨੂੰ। ਤਾਂ ਅਸੀਂ ਸ਼ਬਦ ਨੂੰ ਪੜ੍ਹਿਆ ਵੀ, ਪੜ੍ਹਨਾ ਚਾਹੀਦਾ ਹੈ। ਕੋਈ ਵੀ ਚੀਜ਼ ਜਿਹੜੀ ਹੈ ਗਲਤ ਨਹੀਂ, ਜਪਣਾ ਗਲਤ ਨਹੀਂ ਹੈ। ਸ਼ਬਦ ਨੂੰ ਜਪ ਸਕਦੇ ਹਾਂ, ਉਹਦੀ ਰਿਪੀਟਿੰਗ ਵੀ ਸ਼ਕਤੀ ਪੈਦਾ ਕਰੇਗੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਧਰਪੀਐ, ਪਰ ਵਿਚਾਰ ਨਹੀਂ ਸਾਡੇ ਵਿੱਚ। ਇਸ ਕਰਕੇ ਜਿਹੜਾ ਇੱਕ ਓੰਕਾਰ ਲਫ਼ਜ਼ ਹੈ, ਇਹ ਕੀ ਹੈ? ਸਤਨਾਮ। ਮੈਂ ਉਦਾਹਰਨ ਦਿਆਂਗਾ
जिमें एक हवा बह रही तो एक उहदा नाम है हवा, एक बह रही इस ब्रह्मंड विच, दिसदी नहीं। अज तक कोई भी हवा की तस्वीर नहीं लै रहा, किते भी हवा की तस्वीर नहीं बनती, किसे छापे ही नहीं। इन्ना अजकल इन्ना विज्ञान वधिया है, पर कोई हवा की तस्वीर लै सकिया नहीं, ली जा सकती। पर उहदा एक नाम रखिया असीं संसार दे विच। किसी ने कह दिता पवन है, किसी ने कह दिता हवा है, किसी ने कह दिता अज हवा ठंडी है, किसी ने कह दिता अज हवा गर्म है, किसी ने कह दिता रफ्तार तेज है, किसी ने क्या मध्यम है। ये सारे लफ्ज वरते गए ना उहदे वास्ते, हवा वास्ते, तो उहदे वास्ते सारे लफ्ज वरते गए। इस तरह गुरु साहब ने भगतां ने ब्रह्मंड विच जदों उस नाम नूं वेखिया ना, जिहड़ा सानू नहीं दिसदा, सुनिया उसनूं, जिहदे तक साडे कंध नहीं गए अजे तक, तो जदों उन्होंने सुनिया, जिवें असीं हवा नूं महसूस किया तो लफ्ज वरत्या हवा, इस तरह भगतां ने उस नाम नूं महसूस किया तो लफ्ज वरत्या एक ओंकार सतनाम। वो इस तरह का है, उहदा नाम रख दिता। हुण उहदे तक जिन्हां ने इस शब्द नूं जपिया, सहजे सहजे उन्हां दी सुरत इन्नी छोटी हुंदी गई, बरीक हुंदी गई। जिवें भगत जी ने कहा, सोने की सुई रुपए का धागा, नामे का चित हर स्यों लागा। जिवें सुई विच धागा पाउण वास्ते कदी बंदा इधर उधर देखदा है, कदी देखदा इधर उधर, जदों सुई विच धागा पाउंदा है नहीं देख सकदा, क्योंकि बड़ी एकाग्रता चाहिदी है। तो वेखो, एक संसारक दो कपड़ियां दे टुकड़ियां नूं इकट्ठा करन लई बंदे कोल इन्नी एकाग्रता चाहिदी भी सुई विच धागा पाउण लग्गियां ध्यान जमाउणा पैंदा है। ते जोड़ना की है, दो छोटे छोटे टुकड़े ने कपड़े दे। इन्ने चिर दी साडी सुरत उखड़ गई, रब तो दूर चली गई, शब्द तो पासे चली गई। उन्होंने असीं कहने आ सुरत जुड़ जाए रब दे नाल, ध्यान तो इन्ना भी कोई नहीं साडे कोल भी जिन्ना सुई विच धागा पाउण लग्गियां लाईदा है। इन्ना भी ध्यान कोई नहीं, ना इन्ना शरीर टिकदा, ना इतना मन टिकदा, ना इन्ना ध्यान, ना असीं यतन करदे। बस 300 साला मनाया, कदी 400 साला मना दिता। गुरु ग्रंथ साहिब जी का शब्द की है, ये बारे जानन दा असी बहुत घट यतन किया। तो सतगुरु ने बचन किते, ये है उहदा सतनाम कायम रहन वाला। इनू कोई नाम ही जपेगा तां भी कायम रहेगा। वो नाम जिहड़ा है, जिहड़ा इहदे तक चला गया, ये परमात्मा का दरवाजा है। ध्यान दिओ, अगे जाके जपजी साहिब दे अंदर, रह रास दे अंदर, सोदर विच ते एक बारी होर गुरु ग्रंथ साहिब दे विच एक बाणी आवेगी जिहदा नाम है सोदर। उत्थे की है, गुरु साहिब ने कहा भी जदों बंदा परमात्मा दे दरवाजे ते जाएगा ना, भगत गए उहदे दरवाजे ते, तां दरवाजे दे उत्ते की मिलिया उन्हां नूं? सब तो पहलां पहरेदार कौन सी? कौन सी उहदा दरबान? जदों उहदे तक कोई गया तो रस्ते विच दरवाजे दे उत्ते बड़े सोहणे संगीत, उसे नूं कहा गुरु साहब ने एक ओंकार, सो दर तेरा केहा, तेरा दरवाजा किवें दा है? उस दरवाजे ते गए, स्पष्ट बाणी विच शब्द आए ने। भगत नामदेव जी कहंदे, मैं उहदे दरवाजे ते पहुंचिया ते परमात्मा ने, परमेश्वर ने स्पष्ट कहा भी तू कौन है जिहड़ा बाहर खड़ा है? तू कौन आया है? तू कुन रे? ते मैं जवाब दिता, मैं जी नामा। अजे दो जने गल्लां कर रहे ने, एक पासे अकाल पुरख वाहिगुरू, एक पासे नामदेव जी। अजे दो ने एक नहीं होए, दोवां दी गलबात चल रही है। उस दरवाजे ते पहुंच गए। दरवाजे ते जाना प्रयोजन है मनुख दा। ध्यान दिओ, गुरुद्वारा दरवाजा है परमात्मा का घर। तो इस तो अगे है ना, विद्वाना ने दे उत्ते बड़े बड़े फिलासफी, कई बड़ी बड़ी खोज की वे वेखी किते गुरुद्वारे मंदिर मस्जिद विच ना बैठ जाई, किते इत्थे ना अटक जाई, सिर्फ किते गुरुद्वारा ही तेरा जीवन सिर्फ इत्थे रुक जाना भी गुरुद्वारे आ गए गल खत्म हो गई। गुरुद्वारे आए पर अगे तो किते नहीं गए। वो आदतां रहियां पुरानियां जिहड़ियां पिछे सन। घर नूं भी त्यागिया, गुरुद्वारे विच भी आए, मंदिर विच भी गए, आश्रम विच भी गए, डेरे विच भी गए,
सब कुछ कीता पर तीन चीज़ां ना बदलियां। वो किहड़ियां ने? सिੱਖੀ तीन प्रकार की, मन की सिੱਖੀ, बचन की सिੱਖੀ ते कर्म की सिੱਖੀ। ना तो मन की सोच बदली, कुछ चीज़ां उत्थे छड्ड आए पिछे घर विच, इत्थे होर फड़ लईआं आके। उत्थे परिवार बरादरी विच ईरखा सी, इत्थे आपस में शुरू कर ली। फर्क कोई नहीं पिया, चीज़ वही है, कपड़े बदल ले, सिर्फ कपड़े होर पाए, काम वही रहे। उत्थे किसी पार्टी बाजी विच पिंड विच एक दूजे नाल ईरखा करनी सी, पिंड छड्ड दिता, थां बदल लई, ईरखा नहीं छड्डी। इनू गुरु साहब ने बाणी विच कहा, सांप कुंच छोड़ा बिख नहीं छाड़ा। सप जिहड़ा है ना, कुंज छड्ड देंदा। कुंज का मतलब शरीर के उपर वाला जिहड़ा कवर है, सप ला देंदा कुछ समय तो बाद, अपने शरीर तो उतार देंदा। गुरमुखां ने इहदे बारे खोज की कि इसे तरह ही धार्मिक बंदा कपड़े बदल लैंदा, कुंज ला देंदा है। सांप कुंच छड्ड है, तुसीं वेखना कदी पिंडां विच इन्हां दिनां विच सप ने जदों उहदे शरीर दा उपरली चमड़ी उखड़ जांदी तां वो फिर कंडियां दे विचों दी निकलदा भी उहदे शरीर दा उपरला कपड़ा लै जाए, वो अपनी कुंज नूं लाउंदा है, कुदरती है वो। पर गुरु साहब ने उदाहरण दिती, कहन लगे वेखो कुंज तां ला दिती उसने, पर की कुंज लाउण नाल उहने अंदरों जहर भी कढ़ी है, जहर तो उन्हीं भरी रही। इस तरह बंदा कई बारी कुंज ला दिंदा, यानी कि पिछले कपड़े ला दिंदा। संसारी जिहड़े ने कपड़े उतार दिते, होर पा ले, कुंज छड्ड दिती, पर अंदरों जहर कोई नहीं गई। विचारधारा तो ही रही है, ख्याल तो ही रहे, सोचने ही रहे। ये केवल कपड़े बदलने वालियां दी गल नहीं, ये गृहस्थी की बात भी वही है, जिहड़ा हर एक कर्म ते धर्म अनुसार करदा है पिया। वो साल बाद अपने धार्मिक स्थान ते भी जाता है, जां महीने बाद भी जाता, नेम बन्निया होया है, उन्हें चुनिया होया भी इस गुरुद्वारे इस वार जाना है, इस मंदिर इस वार जाना है। वो सब कुछ करता है, विचारधारा नूं नहीं बदलता, जहर नहीं कढ़दा, कुंज बदली जाता। सारे इहदे विच आउंदे ने। जदों भी गुरबाणी का कोई उपदेश होएगा ना, क्योंकि बड़ी बड़ी प्रेम भरी गल भी है गुरबाणी विच ते चोटां नाल भरी भी है। ते जदों भी कोई चोट दी भरी गल आवे, कदी ना समझना भी ये कल्ले मेरे वास्ते है, जां ये भी ना समझना भी दूजियां वास्ते है। ये समस्त सारियां कौमां वास्ते, सारे लोकां ते लागू हुंदी, हर एक नूं प्रेरदी है। तां वो जिहड़ी कुंज ला दिती, सांप कुंज छाड़ै बिख नहीं छाड़ै, उस जहर नूं अंदरों कढ़ना है। तीन प्रकार की सिੱਖੀ गुरु साहब ने कही है, मन की सिੱਖੀ, बचन की सिੱਖੀ ते कर्म की सिੱਖੀ। ना तो मन की सोच बदली, विचारां उस तरह दी रहियां, ना बोल चाल बदली, बचन भी उस तरह के रहे, कौड़े फिके। बोलन का ढंग तरीका भी तब्दील कोई नहीं होया, उस तरह का ढंग रहा। बचन की सिੱਖੀ भी नहीं कमाई, मन की सिੱਖੀ भी नहीं कमाई, ते कर्म की सिੱਖੀ भी नहीं कमाई। ये तीन तरह की सिੱਖੀ। कर्म का अर्थ कर्म इंद्रियां द्वारा कमाई हुई सिੱਖੀ, कर्म इंद्रियां नूं कंट्रोल विच करना। आ कर्म इंद्रिय ने जिहड़ा मूँह है, हथ ने, पैर ने, जुबान है, जिहड़े कन सुनते ने, चलो ये ज्ञान इंद्रिय विच भी आउंदे, अखां वेखदियां ने, कर्म इंद्रा है। तां ये इंद्रे जिहड़े ने, कर्म और ज्ञान इंद्रे, ये सारे शरीर विच कई दो दो इकट्ठे ने, कई कला कला है। जिहड़ी जुबान है ना, ये जुबान एको समय कर्म इंद्रा भी है और ज्ञान इंद्रा भी है। ज्ञान इंद्रा उदों बनती जदों स्वाद नूं चखदी भी किहड़ा है भोजन, उदों ज्ञान इंद्रा है। जदों ये लफ्ज बोलदी उदों कर्म इंद्रा बन जाती है। तां इन्हां नूं किसे नूं भी कमाया नहीं तां जीवन सफल नहीं होया। बेनती कर रहा सी कि सतगुरु ने बचन किया, एक ओंकार, उस आवाज़ नूं लभना जिहड़ी इस सारे ब्रह्मंड दे विच है। वो आवाज़ तां लभेगी जदों असी पहलां नाम नाल जुड़ांगे, नाम नूं बोलांगे, नाम नूं जपांगे। जपदियां जपदियां, जदों बोलदियां बोलदियां
एक दिन साडा मन चुप हो गया, जिहड़ा साडे अंदर रौला है, साडे अंदर विचार उठदे ने, जिस दिन इस नाम ने साडे विचारां नूं खत्म कर दिता, नाम नाल मन चुप कर गया, अंदरों आवाज़ां आउणियां बंद हो गईयां, मन ने बोलना बंद कर दिता। उस दिन की होवेगा भी उस चुप दे विच सानू फिर ये आवाज़ की समझ आएगी, जिन्हों गुरु नानक देव जी ने कहा एक ओंकार सतनाम, सदा कायम रहने वाली आवाज़। जदों ये धरती नहीं सी उदों भी ये एक ओंकार सतनाम की आवाज़ शब्द रूप विच कायम सी, जिहदे विचों सारी बाणी प्रगट हुई है। ਤਾਂ ही धन गुरु ग्रंथ साहिब जी ਨੂੰ कहा गया भी आदि गुरु ग्रंथ साहिब। गुरु ग्रंथ साहिब जी का जिहड़ा पूरा नाम है ਉਹਦੇ अगे आदि शब्द तां लाया गया है कि ये जिहड़ी बाणी है उस आद मुढ़ तो सब तो पहले उस नाम दे विचों आई बाहर प्रगट हुई है। तो इस तरह की एक आवाज़ तक पहुँचण वास्ते गुरु साहिब ने सानू एक बाहरों आवाज़ दी, नाम की आवाज़, जिन्हों शब्द कहा गया है। जदों इस शब्द नूं जपिया गया वार वार तो उस एक ओंकार की सोझी हो गई, उहदा पता लग गया उस कायम रहन वाले सतनाम, सदा कायम रहन वाले नाम दे नाल सुरत जिहड़ी जुड़ गई। हुण इस लफज का आपां अखरी अर्थ करन दा यतन करिए। एक ओंकार, इहदा उचारण इस तरह है। एका जिहड़ा लफज है वह गणित विचों लिया गया, हिसाब दे विचों, जिवें 1 2 3 4 असीं अंकां विच लिखदे, तो उहदे विचों जिहड़ा एका लफज है वो गणित दे विचों, मैथ विचों लिया गया है। जिहड़ा ओंकार शब्द है वो भाषा विचों लिया गया, वर्ण भाषा विचों, जिवें ऊड़ा ऐड़ा ये भाषा विच आउंदे 52 अखरी जां 35 अखरी आउंदी, उहदे विचों ओंकार शब्द लिया गया। तो जिहड़ा कार है पिछे ओंग दे उपर जिहड़ा आकाश स्वरूप है, जदों तुसीं वेखोगे एक ओंकार नूं लिखिया होया ते ओंग दे अगे जिहड़ा एक बारी फिर उपरों दी लीक वाही गई, वो गुरु के सवारियों कार उहदा उचारण है। कार दा मतलब सदा, जिहड़ा कदी खत्म नहीं हुंदा। दुनिया दे सारे रस तुसीं वेखोगे उन्हां दा एक समा है, समय बाद उहदी मौत हो जाती है। दुनिया दे सारे शब्द भी अखीर नूं सारियां भाषावां भी इस धरती तो गायब हो जांदियां ने। कबीर जी ने बचन कीते कि 52 अखर लोक त्रै, सब किछ इन ही माहे, ये अखर खिर जाएंगे वो अखर इनमें ना है। वो अखर कोई होर है, असीं इन्हां अखरां विच ही फस गए। ध्यान देना, वो अखर किहड़ा जिन्हों गुरु साहिब ने बचन कहा है कि कीने राम नाम एक आखर, वो किहड़ा लफज है, किहड़ी आवाज़ है, जिन्हों गुरु साहिब ने बाणी विच कहा कि किणका एक जिस जी बसावै ताकि महिमा गणी ना आवे, वो अखर कोई होर किसी देश का अखर है, इन्हां नाल ही जुड़िया होया है। गुरबाणी जिहड़ी है, गुरबाणी उस अखर तक लैके जाने वाली है, उहदे नाल जोड़न वाली है। जिवें मैं उदाहरण दित्ती सी कि सूई ते धागे दी कपड़े नूं जोड़दा ते धागा ही है, पर धागे नूं खिचदी सूई है। इस तरह परमात्मा दे चरनां नाल जोड़दा ते वो शब्द है जिहड़ा किसी भाषा विच नहीं आउंदा, जिहनूं एक ओंकार सतनाम कहिंदे ने। पर उस शब्द नूं जीवन दे विच उतारन वास्ते सानू सूई चाहिदी है, गुरु के शब्द रूपी। ये बाणी ही जोड़ेगी। कलगीधर पातशाह के जीवन के अंदर एक घटना वापरी। कुछ सिखां ने उपदेश मंगया कि अकाल पुरख वाहिगुरू नाल जुड़न का तरीका की है, किहड़ी जुगत है। हजूर ने बाणी विच उदाहरणां भी दित्तियां कि हर एक चीज़ अपने असले वल जा रही है। जिवें अग्नि सूरज तो पैदा हुई है, उहदा केंद्र सूरज है। किसी लकड़ नूं तुसीं अग लाओ, जमीन ते रखो, उन्हों मुद्धी रख दिओ, सीधी कर दिओ, जिहड़े पासे मर्जी कर दिओ, पर वो जिहड़ी अग है वार वार सूरज वल मूँह करेगी, वार वार सूरज वल जाएगी। इस तरह पानी का केंद्र है समुंदर।
ਸਮੁੰਦਰ ਵਿੱਚੋਂ ਆਇਆ ਬੱਦਲ ਰੂਪ ਬਣ ਕੇ ਤੇ ਸਮੁੰਦਰ ਵੱਲ ਹੀ ਦੌੜਦਾ, ਧਰਤੀ ਤੇ ਨਦੀਆਂ ਦੇ ਰਾਹੀਂ, ਨਾਲਿਆਂ ਦੇ ਰਾਹੀਂ ਸਮੁੰਦਰ ਵੱਲ ਜਾ ਰਿਹਾ ਹੈ। ਹਰ ਇੱਕ ਚੀਜ਼ ਆਪਣੇ ਅਸਲੇ ਵੱਲ ਜਾਂਦੀ ਹੈ। ਤਾਂ ਗੁਰੂ ਸਾਹਿਬ ਨੇ ਜਿਹੜਾ ਉਦਾਹਰਨ ਦਿੱਤਾ, ਇੱਥੇ ਇੱਕ ਸਾਖੀ ਵੀ ਆਉਂਦੀ ਕਿ ਕਲਗੀਧਰ ਪਾਤਸ਼ਾਹ ਦੇ ਕੋਲ ਇੱਕ ਕੋਈ ਇਸ ਤਰ੍ਹਾਂ ਦਾ ਫਕੀਰ ਆਇਆ ਸੀ ਜਿਹੜਾ ਕਿਸੇ ਹੋਰ ਦੇਸ਼ ਦਾ ਸੀ, ਹੋਰ ਲੋਕ ਦਾ ਸੀ। ਇਸ ਧਰਤੀ ਤੇ, ਇਸ ਧਰਤੀ ਦੇ ਵਾਸੀ ਨਹੀਂ ਰਹਿੰਦੇ, ਹੋਰ ਵੀ ਬਹੁਤ ਸਾਰੇ ਰਹਿੰਦੇ। ਤਾਂ ਉਹਨੇ ਇੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਕਿਸੇ ਪੰਛੀ ਦਾ ਖੰਭ ਭੇਟ ਕੀਤਾ। ਧਿਆਨ ਦੇਣਾ, ਖੰਭ ਭੇਟ ਕੀਤਾ ਤੇ ਨਮਸਕਾਰ ਕੀਤੀ। ਬੜਾ ਅਜੀਬ ਆਦਮੀ ਲੱਗਦਾ ਸੀ, ਉਹਦਾ ਵੇਖਣਾ, ਬੋਲਣਾ, ਚੱਲਣਾ ਕਿਸੇ ਹੋਰ ਪ੍ਰਕਾਰ ਦਾ ਸੀ। ਬੜੇ ਲੋਕ ਸਾਨੂੰ ਇਸ ਤਰ੍ਹਾਂ ਦੇ ਸਾਡੇ ਜੀਵਨ ਵਿੱਚ ਮਿਲਦੇ ਨੇ, ਜਿਹੜੇ ਸਾਡੇ ਕੋਲੋਂ ਲੰਘ ਜਾਂਦੇ, ਕਈ ਵਾਰੀ ਮਿਲਦੇ, ਕਈ ਵਾਰੀ ਉਹਨਾਂ ਕੋਲ ਅਸੀਂ ਕਈ ਸਾਲ ਰਹਿੰਦੇ ਵੀ ਹਾਂ, ਪਰ ਸਾਨੂੰ ਉਹਨਾਂ ਦਾ ਪਤਾ ਨਹੀਂ ਲੱਗਦਾ ਕੌਣ ਨੇ। ਕੋਲ ਹੀ ਰਹਿੰਦੇ ਬਿਲਕੁਲ, ਉਹ ਆਪ ਨਹੀਂ ਦੱਸਣਗੇ ਅਸੀਂ ਕੌਣ ਹਾਂ। ਪਰ ਉਹ ਇਸ ਧਰਤੀ ਤੇ ਆਉਂਦੇ, ਪਰ ਇਸ ਧਰਤੀ ਵਾਲੇ ਹੁੰਦੇ ਨਹੀਂ। ਉਹਨਾਂ ਦੀ ਕੋਈ ਮਜਬੂਰੀ ਉਹਨਾਂ ਨੂੰ ਇੱਥੇ ਲੈ ਆਂਦੀ। ਜਿਵੇਂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਵੀ ਚਿਤ ਨਾ ਭਇਓ ਹਮਰੋ ਆਵਨ ਕਹਿ, ਇੱਥੇ ਸਾਡਾ ਕੰਮ ਕੋਈ ਨਹੀਂ ਸੀ, ਇੱਥੇ ਸਾਡਾ ਕੋਈ ਕਾਰਜ ਨਹੀਂ। ਜਿਵੇਂ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਤੇਰਾ ਨਾਮ ਜਪਣ ਦੀ ਤੇ ਸੰਸਾਰ ਨੂੰ ਦੱਸਣ ਦੀ ਜਿਹੜੀ ਮੇਰੀ ਖਾਹਿਸ਼ ਸੀ, ਉਹ ਮੈਨੂੰ ਧਰਤੀ ਤੇ ਲੈ ਆਈ, ਨਹੀਂ ਤੇ ਇੱਥੇ ਆਉਣ ਦੀ ਮੈਨੂੰ ਕੋਈ ਲੋੜ ਨਹੀਂ ਸੀ। ਤਾਂ ਇਸ ਤਰ੍ਹਾਂ ਦਾ ਕੋਈ ਵਿਅਕਤੀ ਗੁਰੂ ਕਲਗੀਧਰ ਪਾਤਸ਼ਾਹ ਕੋਲ ਆਉਂਦਾ ਹੈ। ਉਹਨੇ ਖੰਭ ਰੱਖ ਦਿੱਤਾ ਇੱਕ ਪੰਛੀ ਦਾ, ਆਪ ਚਲਾ ਗਿਆ, ਮੁੜ ਕੇ ਨਹੀਂ ਆਇਆ, ਦਿਸਿਆ ਨਹੀਂ ਕਿਤੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਕੌਣ ਸੀ, ਇਹ ਕੀ ਦੇ ਕੇ ਗਿਆ? ਹਜ਼ੂਰ ਨੇ ਕਿਹਾ, ਇਹ ਜਿਹੜਾ ਖੰਭ ਹੈ ਇਹ ਕਿਤੇ ਬ੍ਰਹਿਮੰਡ ਵਿੱਚ, ਆਕਾਸ਼ ਵਿੱਚ ਰਹਿਣ ਵਾਲੇ ਪੰਛੀ, ਹੁਮਾਮ ਪੰਛੀ ਦਾ ਖੰਭ ਹੈ। ਇਹ ਉਸ ਦੇਸ਼ ਵਿੱਚੋਂ ਲੈ ਕੇ ਆਇਆ, ਇੱਥੇ ਨਹੀਂ ਮਿਲਦਾ। ਕਹਿਣ ਲੱਗੇ ਫਿਰ ਇਹਦੇ ਵਿੱਚ ਕੀ ਵਿਸ਼ੇਸ਼ਤਾ ਹੀ ਇਸ ਖੰਭ ਦੇ ਅੰਦਰ? ਸਤਿਗੁਰੂ ਨੇ ਬਚਨ ਕੀਤਾ, ਆਪਣਾ ਤੀਰ ਕੱਢਿਆ ਭੱਥੇ ਵਿੱਚੋਂ, ਉਹਦੇ ਨਾਲ ਬੰਨ੍ਹ ਦਿੱਤਾ ਉਸ ਖੰਭ ਨੂੰ। ਬੰਨ੍ਹ ਕੇ ਹਜ਼ੂਰ ਨੇ ਉਹ ਕਮਾਨ ਤੇ ਚਾੜ ਕੇ ਤੰਦੀ ਤੇ ਚੜਾ ਕੇ ਉਸ ਤੀਰ ਨੂੰ ਜਦੋਂ ਚਲਾਇਆ ਤੇ ਸਿੱਖਾਂ ਨੂੰ ਕਿਹਾ, ਵੇਖਣਾ ਕਿੱਥੇ ਕਰਕੇ ਡਿੱਗਦਾ ਹੈ। ਜਦੋਂ ਤੀਰ ਚਲਾਇਆ, ਆਕਾਸ਼ ਵੱਲ ਗਿਆ। ਇਤਿਹਾਸ ਦੇ ਬਚਨ ਕਹਿੰਦੇ ਨੇ ਵਾਪਸ ਨਹੀਂ ਮੁੜਿਆ, ਆਕਾਸ਼ ਵੱਲ ਹੀ ਚਲਾ ਗਿਆ। ਬੜੀ ਹੈਰਾਨੀ ਦੀ ਗੱਲ ਸੀ, ਤੀਰ ਵਾਪਸ ਕਿਉਂ ਨਹੀਂ ਆਇਆ? ਸਤਿਗੁਰਾਂ ਨੇ ਕਿਹਾ ਵੀ ਇਹ ਖੰਭ ਆਕਾਸ਼ ਦਾ ਨਿਵਾਸੀ ਹੈ, ਇਹਦਾ ਦੇਸ਼ ਉਹ ਹੈ, ਤੇ ਇਹ ਤੀਰ ਨੂੰ ਵੀ ਨਾਲ ਉਸ ਦੇਸ਼ ਵਿੱਚ ਲੈ ਗਿਆ। ਇਹ ਧਰਤੀ ਦਾ ਨਿਵਾਸੀ ਨਹੀਂ, ਇੱਥੋਂ ਇਸ ਤੀਰ ਨੂੰ ਬੰਨ੍ਹ ਕੇ ਲੈ ਗਿਆ। ਫਿਰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਕਹਿਣ ਲੱਗੇ ਜਿਹੜੀ ਬਾਣੀ ਹੈ, ਧੁਰ ਕੀ ਬਾਣੀ ਹੈ, ਜਪਜੀ ਸਾਹਿਬ ਜਾਂ ਹੋਰ ਬਾਣੀਆਂ ਨੇ, ਜਾਂ ਸ਼ਬਦ ਹੈ, ਨਾਮ ਹੈ, ਇਹ ਇੱਥੋਂ ਦਾ ਨਿਵਾਸੀ ਨਹੀਂ। ਇੱਕ ਬੜੇ ਸਿਆਣੇ ਕਿਸੇ ਹੋਰ ਧਰਮ ਦੇ ਆਗੂ ਨੇ ਇੱਕ ਸ਼ਬਦ ਕਿਹਾ ਸੀ, ਬੜਾ ਪਿਆਰਾ ਸ਼ਬਦ। ਉਹਨੇ ਇੱਕ ਲਫ਼ਜ਼, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾਂ ਦੇ ਸੰਬੰਧੀ ਅੰਮ੍ਰਿਤਸਰ ਦੀ ਸਟੇਜ ਤੇ ਇੱਕ ਸ਼ਬਦ ਕਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਇਹਦੇ ਵਾਸਤੇ ਕਾਗਜ਼, ਕਲਮ ਤੇ ਸ਼ਾਹੀ ਇਸ ਧਰਤੀ ਤੋਂ ਲਈ ਗਈ ਹੈ, ਪਰ ਜਿਹੜੇ ਇਹਦੇ ਵਿੱਚ ਲਫ਼ਜ਼ ਨੇ ਉਹ ਇਸ ਧਰਤੀ ਦੇ ਨਹੀਂ, ਉਹ ਇਸ ਧਰਤੀ ਤੇ ਕਿਤੋਂ ਪਾਰੋਂ ਆਏ ਨੇ, ਕਿਸੇ ਦੂਸਰੇ ਦੇਸ਼ ਦੇ ਵਿੱਚੋਂ ਆਏ ਨੇ, ਬੜੀ ਦੂਰੋਂ ਆਏ ਹਨ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਜਿਵੇਂ ਇਹ ਖੰਭ ਉਡਾ ਕੇ ਇਸ ਤੀਰ ਨੂੰ ਪਾਰ ਲੈ ਗਿਆ, ਧਰਤੀ ਦੀ ਖਿੱਚ ਤੋਂ ਦੂਰ ਲੈ ਕੇ ਚਲਾ ਗਿਆ, ਇਸੇ ਤਰ੍ਹਾਂ ਗੁਰੂ ਕਾ ਸ਼ਬਦ ਬਾਣੀ ਹੈ। ਜੇ ਕੋਈ ਮਨੁੱਖ ਆਪਣੀ ਸੁਰਤ ਨੂੰ ਇਸ ਸ਼ਬਦ ਨਾਲ ਬੰਨ੍ਹ ਦੇਗਾ, ਬਾਣੀ ਇੱਕ ਦਿਨ ਉਹਨੂੰ ਨਿਰੰਕਾਰ ਦੇ ਦੇਸ਼ ਤੱਕ ਲੈ ਕੇ ਚਲੀ ਜਾਏਗੀ, ਉਹਦੇ ਨਾਲ ਸੰਬੰਧ ਕਰਾ ਦੇਗੀ, ਜੋੜ ਦੇਗੀ। ਇਸ ਕਰਕੇ ਹੁਣ ਸਵਾਲ ਇਹ ਹੈ ਕਿ ਅਸੀਂ ਬਾਣੀ ਦੇ ਨਾਲ ਆਪਣੇ ਆਪ ਨੂੰ ਕਿੰਨਾ ਕੁ ਜੋੜ ਸਕਨੇ ਹਾਂ। ਇਕੱਲਾ ਪੜ੍ਹਨਾ ਨਹੀਂ, ਪੜ੍ਹਦੇ ਤਾਂ ਬਹੁਤ ਲੋਕ ਨੇ, ਇਹ ਛੋਟੀਆਂ ਸਟੇਜਾਂ ਨੇ, ਪੜ੍ਹਨਾ
ਜਾਂ ਸੰਥਿਆ ਕਰਨੀ ਜਾਂ ਕੀਰਤਨ ਕਰਨਾ ਜਾਂ ਕਥਾ ਕਰ ਲੈਣੀ ਜਾਂ ਕਿਤਾਬ ਲਿਖ ਦੇਣੀ ਜਾਂ ਕਿਤਾਬ ਪੜ੍ਹ ਲੈਣੀ। ਛੋਟੇ ਛੋਟੇ ਡੰਡੇ ਨੇ ਧਰਮ ਦੇ, ਸੰਪੂਰਨਤਾ ਨਹੀਂ ਹੈ। ਭਾਵੇਂ ਕਿ ਇਹ ਗੁਰੂ ਸਾਹਿਬ ਨੇ ਬਚਨ ਕਿਹਾ ਵੀ ਰਸਨਾ ਬੜੀ ਧਨ ਹੈ ਜਿਹੜੀ ਬਾਣੀ ਪੜ੍ਹਦੀ ਹੈ। ਉਹ ਪੈਰ ਬੜੇ ਮੁਬਾਰਕ ਨੇ ਜਿਹੜੇ ਤੁਰ ਕੇ ਗੁਰੂ ਕੋਲ ਆਉਂਦੇ, ਬੰਦੇ ਨੂੰ ਉਤਸ਼ਾਹ ਜਗਾਉਣ ਵਾਸਤੇ, ਹਿੰਮਤ ਦੇਣ ਵਾਸਤੇ। ਉਹ ਅੱਖਾਂ ਧਨ ਨੇ ਜਿਹੜਾ ਗੁਰੂ ਦਾ ਦਰਸ਼ਨ ਕਰਦੀਆਂ ਨੇ। ਹੱਥ ਬੜੇ ਉਹ ਜਿਹੜੇ ਸਫਲ ਨੇ ਜਿਹੜੇ ਹੱਥਾਂ ਨਾਲ ਸੇਵਾ ਕਰਦੇ ਨੇ। ਸਾਰਾ ਸਰੀਰ ਹੀ ਬੜਾ ਸਤਿਕਾਰਯੋਗ ਹੈ। ਪਰ ਇਹ ਗੁਰੂ ਸਾਹਿਬ ਨੇ ਸਿਰਫ ਮਨੋਵਿਗਿਆਨ ਵਰਤਿਆ ਸੀ ਕਿ ਧਾਰਮਿਕ ਬੰਦੇ ਦੇ ਅੰਦਰ ਉਤਸ਼ਾਹ ਨੂੰ ਵੱਡਾ ਕੀਤਾ ਜਾਏ, ਤਕੜਾ ਕੀਤਾ ਜਾਏ। ਇੱਥੇ ਸਮਾਪਤੀ ਨਹੀਂ ਕਿਤੇ ਭੁੱਲ ਜਾਣਾ। ਇਹ ਤਾਂ ਸਿਰਫ ਬੱਚਾ ਜਿਵੇਂ ਇੱਕ ਦਿਨ ਥੋੜ੍ਹੇ ਜਿਹਾ ਛੋਟੇ ਜਿਹੇ ਟੈਸਟ ਵਿੱਚੋਂ 10 ਨੰਬਰ ਲੈ ਕੇ ਆ ਜਾਂਦਾ ਤੇ ਉਹਦੀ ਮਾਂ ਉਹਦੇ ਸਿਰ ਤੇ ਹੱਥ ਰੱਖ ਕੇ ਕਹਿ ਦਿੰਦੀ ਬਹੁਤ ਵਧੀਆ, ਬੜੀ ਮਿਹਨਤ ਕੀਤੀ, ਪਰ ਕੀ ਉਹ ਅਜੇ ਪਾਸ ਵੀ ਹੋ ਗਿਆ? ਅਜੇ ਤੇ ਰਮਤਾ ਹੋਈ ਹੈ। ਤਾਂ ਇਹਦੇ ਉੱਤੇ ਕਦੀ ਵੀ ਆਪ ਜੀ ਤਸੱਲੀ ਨਾ ਕਰ ਲੈਣੀ ਵੀ ਹੁਣ ਮੈਂ ਬਹੁਤ ਵੱਡਾ ਸਿਰੇ ਤੇ ਪਹੁੰਚ ਗਿਆ। ਬਸ ਇਹ ਤਾਂ ਸਿਰਫ ਗੁਰੂ ਵੱਲੋਂ ਇੱਕ ਸ਼ਾਬਾਸ਼ ਦਿੱਤੀ ਗਈ ਵੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ। ਇਹ ਗੱਲ ਉਦਣ ਬਣਨੀ ਜਿੱਦਣ ਸ਼ਬਦ ਦੇ ਨਾਲ ਸੁਰਤ ਵੱਜ ਗਈ। ਤੇ ਸ਼ਬਦ ਹੈ ਕੀ? ਸ਼ਬਦ ਜਿਹੜਾ ਆਵਾਜ਼ ਨੂੰ ਕਹਿੰਦੇ, ਸਾਊਂਡ ਨੂੰ। ਕਦੀ ਸੁਣੀ ਆਪਣੀ ਆਵਾਜ਼? ਆਪਣੀ ਆਵਾਜ਼ ਨੂੰ ਕਦੀ ਸੁਣ ਕੇ ਦੇਖਿਆ? ਉਹਦੇ ਨਾਲ ਕਦੀ ਸੁਰਤ ਵਲੇਟ ਕੇ ਵੇਖੀ? ਫਿਰ ਪਤਾ ਲੱਗੇਗਾ ਸ਼ਬਦ ਕੀ ਹੈ। ਤਾਂ ਸ਼ਬਦ ਦੇ ਅਰਥ ਕੇਵਲ ਬੋਲਣਾ ਨਹੀਂ, ਖਿਆਲ ਰੱਖਣਾ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰਤਾ ਮਾਇਆ। ਤਾਂ ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜ ਗਈ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਇਹਨੂੰ ਜੜਨਾ ਹੈ, ਵਿੱਚ ਲਾਉਣਾ ਹੈ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸਮਾ ਗਿਆ ਵਿੱਚ ਮਨ। ਜਪਦਿਆਂ ਜਪਦਿਆਂ ਜਦੋਂ ਸਿੱਖ ਜਪਜੀ ਸਾਹਿਬ ਨੂੰ ਪੜ੍ਹੇ ਤੇ ਇੰਨਾ ਬੜੇ ਪਿਆਰ ਨਾਲ ਪੜ੍ਹਦਾ ਜਾਏ, ਪੜ੍ਹਦਿਆਂ ਪੜ੍ਹਦਿਆਂ ਉਹਨੂੰ ਇਉਂ ਪ੍ਰਤੀਤ ਹੋਵੇ ਵੀ ਪੜ੍ਹਨ ਵਾਲਾ ਜਿਹੜੀ ਬਾਣੀ ਪੜ੍ਹੀ ਰਹੀ ਉਹਦੇ ਵਿੱਚ ਹੀ ਲੀਨ ਹੋ ਗਿਆ, ਸਮਾ ਗਿਆ ਉਹਦੇ ਵਿੱਚ, ਉਹਦਾ ਰੂਪ ਹੀ ਬਣ ਗਿਆ। ਹੁਣ ਆਪਣੇ ਆਪ ਹੀ ਚੱਲ ਰਹੀ ਹੈ। ਪੜ੍ਹਨ ਵਾਲਾ ਬਚਿਆ ਹੀ ਨਹੀਂ, ਰਿਹਾ ਹੀ ਨਹੀਂ। ਉਹ ਆਪਣੇ ਆਪ ਨਿਰੰਤਰ ਉਹ ਬਾਣੀ ਦੀ ਸਪੀਡ ਜਿਹੜੀ ਸਰੀਰ ਵਿੱਚ, ਜੀਵਨ ਵਿੱਚ ਚੱਲ ਰਹੀ ਹੈ। ਇਹਨੂੰ ਕਹਿੰਦੇ ਨੇ ਇਹ ਹੋਆ ਸਮਾਓ। ਇਹ ਮਨ ਹੁਣ ਜਿਹੜਾ ਅਭਿਆਸੀ ਉਹਦਾ ਮਨ ਵਿੱਚ ਸਮਾ ਗਿਆ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਹੁਣ ਸ਼ਬਦ ਵੀ ਆਪ ਤੇ ਜਪਣ ਵਾਲਾ ਵੀ ਆਪ। ਜਪਣ ਵਾਲਾ ਉੱਥੇ ਰਿਹਾ ਹੀ ਨਹੀਂ। ਉਹ ਪਰਤ ਕੇ ਵਾਪਸ ਆ ਕੇ ਨਹੀਂ ਦੱਸੇਗਾ ਮੈਂ ਕਿੰਨੀਆਂ ਮਾਲਾ ਕੀਤੀਆਂ ਨੇ। ਜੇ ਉਹ ਦੱਸੇਗਾ ਫਿਰ ਉਹ ਵਿੱਚ ਨਹੀਂ ਸੀ ਗਿਆ, ਜਾਂ ਉਸ ਨੂੰ ਭੁੱਲ ਜਾਣਾ ਚਾਹੀਦਾ ਸੀ, ਜਾਂ ਉਹ ਵਕਤ ਨਹੀਂ ਲਾਏਗਾ, ਜਾਂ ਉਹ ਬੋਰਡ ਲਿਖ ਕੇ ਨਹੀਂ ਲਾਏਗਾ ਆਪਣੇ ਕਮਰੇ ਦੇ ਅੱਗੇ ਵੀ ਇੱਥੇ ਇੰਨੀਆਂ ਮਾਲਾ ਜਪੀਆਂ ਜਾ ਰਹੀਆਂ ਨੇ। ਉਹ ਇਸ ਤਰ੍ਹਾਂ ਨਹੀਂ ਕਰੇਗਾ, ਕਿਉਂਕਿ ਉਹ ਤੇ ਜਿਹੜਾ ਕਰ ਰਿਹਾ ਸੀ ਉਹ ਤੇ ਉਹਦਾ ਰੂਪ ਬਣ ਗਿਆ। ਇਸ ਕਰਕੇ ਸਤਿਗੁਰੂ ਨੇ ਇਸ ਲਫ਼ਜ਼ ਦੀ ਜਿਹੜੀ ਪਰਿਭਾਸ਼ਾ ਕੀਤੀ ਕਿ ਇਸ ਨਾਮ ਵਿੱਚ ਲੀਨ ਹੋਣ ਵਾਸਤੇ, ਜਿਹਨੂੰ ਗੁਰਬਾਣੀ ਵਿੱਚ ਕਿਹਾ ਹੈ ਸਤਨਾਮ ਤੇਰਾ ਪਰਾ ਪੁਰਬਲਾ। ਕੀਰਤਮ ਨਾਮਾਂ ਦੁਆਰਾ ਜਿੰਨੇ ਕੀਰਤਮ ਨਾਮ ਨੇ ਪਰਮਾਤਮਾ ਦੇ ਸੁਭਾਅ ਤੋਂ, ਉਹਨਾਂ ਨੂੰ ਜਪਣਾ। ਬਾਣੀ ਵਿੱਚ ਜਿੰਨੇ ਨਾਮ ਆਏ ਨੇ, ਆ ਰਾਮ ਸ਼ਬਦ ਜਿਹੜਾ ਹੈ, ਭਗਤਾਂ ਨੇ ਜਦੋਂ ਉਹਦੇ ਨਾਲ ਸੰਪਰਕ ਕੀਤਾ, ਸੰਬੰਧ ਜੋੜਿਆ, ਉਹਨੂੰ ਵੇਖਿਆ ਵੀ ਸਾਰੇ ਸੰਸਾਰ ਵਿੱਚ ਰਮਿਆ ਹੋਇਆ, ਸਮਾਇਆ ਹੋਇਆ, ਉਹਨੂੰ ਕਹਿ ਦਿੱਤਾ ਰਾਮ ਹੈ। ਉਹਦੇ ਨਾਲ ਸੁਰਤ ਜੁੜੀ ਨਾ, ਜਦੋਂ ਵੇਖਿਆ ਉਹਨੂੰ ਤਾਂ ਉਹਨੂੰ ਕਹਿ ਦਿੱਤਾ ਰਾਮ। ਇਹ ਰਾਮ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਚੰਦਰ ਜੀ ਜਿਹੜੇ ਅਵਤਾਰ ਹੋਏ ਉਹਨਾਂ ਵਾਸਤੇ ਸਾਰੀ ਥਾਵਾਂ ਤੇ ਨਹੀਂ ਆਇਆ, ਬਹੁਤੇ ਥਾਵਾਂ ਤੇ ਨਿਰਾਕਾਰ ਵਾਹਿਗੁਰੂ ਵਾਸਤੇ ਹੈ। ਆ ਇੱਕ ਦੋ ਥਾਵਾਂ ਤੇ ਹੈ, ਜਿਹੜੇ ਦਸ਼ਰਥ ਦੇ ਘਰ ਰਾਮਚੰਦਰ ਪੈਦਾ ਹੋਏ ਉਹਨਾਂ ਵਾਸਤੇ ਕਿਹਾ ਵੀ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ, ਉੱਥੇ ਰਾਮਚੰਦਰ ਦੀ ਗੱਲ ਹੈ। ਜਿੱਥੇ ਜਾ ਕੇ ਵਾਰ-ਵਾਰ ਰਾਮ ਸ਼ਬਦ ਆਏਗਾ, ਰਾਮ ਜਪੋ ਜੀ ਐਸੇ ਐਸੇ, ਉੱਥੇ ਰਾਮ ਦੇ ਅਰਥ ਹੋਣਗੇ ਉਹ ਸ਼ਕਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਸਰੀਰਾਂ ਵਿੱਚ, ਸਾਰੇ ਬ੍ਰਹਿਮੰਡ ਦੇ ਵਿੱਚ ਸਮਾਇਆ ਹੋਇਆ, ਉਹਨੂੰ ਰਾਮ ਕਿਹਾ ਗੁਰਬਾਣੀ ਵਿੱਚ। ਹਰ ਦਾ ਮਤਲਬ ਹਰਨ ਵਾਲਾ।
ਖੋਹ ਲੈਣ ਵਾਲਾ, ਚੋਰੀ ਕਰਨ ਵਾਲਾ। परमात्मा नूं हरि तां कहा गया बई ਉਹ ਜਿਹੜਾ ਉਹਨੂੰ ਜਪਦਾ है, ਜਿਹੜਾ ਉਹਨੂੰ प्यार करदा है, ਉਹਦੇ दुखां नूं ते पापां नूं ਖੋਹ ਲੈਂਦਾ है, चोरी कर ਲੈਂਦਾ है। इस करके ਉਹਦਾ नाम पै गया हरि। इसी तरह अल्लाह है। अल्लाह का अर्थ आला दर्जे का, सब तो पहले नंबर का। किन्ने नाम ने, होर बहुत सारे नाम मैं पहला गिन चुका, जिन्हां दे विच कीर्तम नाम आउंदे ने, परमात्मा दे सुभाव तो पए ने। इन्हां नूं गुरबाणी विच दोहराया गया है। ज्यों-ज्यों बंदा इन्हां नामां दा उचारण करेगा, इन्हां शब्दां दे नाल जुड़ेगा, सहजे सहजे उहदे अपने शब्द कटिंदे जाणगे अंदरों, जिहड़ी अपनी विचारधारा है। गुरु ग्रंथ साहिब जी की बाणी पढ़न का मतलब ये बंदे की अपनी विचारधारा टुट जाए, जिहड़ी उन्हें आप बनाई हुई है, जिहड़ा उहदा अपना ख्यालात है, अपनी समझ है, अपना हंकार है, जिहड़ा बिल्कुल ही छोटा है, जिहदे विच पागलपन है, जिहड़ा कूड़ा करकट है वो भी शब्द है, ये भी शब्द। तो उन्हां शब्दां नूं तोड़न वास्ते, उन्हां ख्यालां नूं तोड़न वास्ते बाहरों गुरु के ख्याल रूपी पानी पाया गया। उन्होंने अंदरों फिर इन्हां साडे ख्यालों नूं बाहर कढ़ दिता। मन जदों अंदरों शुद्ध हो गया, प्रभ कै सिमरन मन की मल जाए, बाहर कढ़ेगा। बस जदों अंदरों सब कुछ बाहर निकल गया, उदों फिर उहदे आउण दी थां बन गई, टिकण दी थां बन गई। तां जिन्ना चिर असीं कढ़ण वास्ते तैयार नहीं अपने आप नूं, असीं ना अपने आप नूं छड्डण लई तैयार हाँ, पर दूसरे पासे सारियां ताकतां, सारियां शक्तियां, सारा परमात्मा भी साडे कोल होना चाहिए है, पर अपने आप नूं छड्डण वास्ते तैयार भी नहीं। हजूर ने यह तरीका दसिया कि आप गवाइए तां शौह पाइए, अपने आप नूं विचों तोड़। तां ज्यों-ज्यों उस शब्द द्वारा आदमी का मन चुप हो जाए, तां वो इस एक ओंकार सतनाम सदा कायम रहन वाले नाम की पहचान कर लैंदा है। ਇਹਦੇ ਨਾਲ ਉਹਦੀ ਸੁਰਤ ਜੁੜ ਜਾਂਦੀ, ਉਹਦਾ ਧਿਆਨ ਜੁੜ ਜਾਂਦਾ ਹੈ। ਅੱਗੇ ਜਿਤਨੇ ਲਫ਼ਜ਼ ਨੇ, ਕਰਤਾ, ਸਭ ਕੁਝ ਕਰਨ ਵਾਲਾ, ਇਹ ਸਾਰੇ ਲਫ਼ਜ਼ ਹੀ ਅਕਾਲ ਪੁਰਖ ਵਾਹਿਗੁਰੂ ਦੇ ਜੀਵਨ ਦੇ, ਉਹਦੇ ਸੁਭਾਵ ਦੇ ਲਿਖਾਇਕ ਨੇ। ਇਹਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਸੁਭਾਵ ਦੱਸੇ ਗਏ ਨੇ। ਕਰਤਾ ਹੈ, ਕਰਨ ਵਾਲਾ ਹੈ, ਸਭ ਕੁਝ। ਕੀ ਕੀ ਕਰਦਾ ਹੈ ਗੁਰਬਾਣੀ ਵਿੱਚ ਦੱਸਿਆ ਗਿਆ। ਪੁਰਖ ਹੈ, ਸਮਾਇਆ ਹੋਇਆ ਹੈ। अकाल जिहदा कोई काल नहीं, जिहदी मौत नहीं आउंदी, पर फिर भी वो एक मूरत है, एक तस्वीर है, उसदी एक होंद है। वो जूना विच नहीं आउंदा, अपने आप तो उसदा जन्म होया, मिलदा है गुरु प्रसाद। गुरु की कृपा नाल ये सारा विशा जिहड़ा है गुरु ग्रंथ साहिब दे विच गुर प्रसाद द्वारा ऐसे अकाल पुरख की प्राप्ति, जो सब कुछ करन वाला है, सारियां विच समाया होया है और बिना काल तो रहत है, एक होंद है, एक मूरत है, जूना विच नहीं आउंदा। ऐसे अकाल पुरख की प्राप्ति जो आद सच जुगाद सच है, गुर प्रसाद द्वारा हुंदी है। इस विषय नूं कल आपां समझण दा यत्न करांगे।